सत श्री अकाल, स्वागत है गौरव शुक्ला। मैं हाँ तुहाडे नाल हाज़र हाँ 6 बजे ਦੀਆਂ 6 ਵੱਡੀਆਂ खबरां लैके। पूरे दिन ਦੀਆਂ 6 ਵੱਡੀਆਂ खबरां तुहानूं दस्सांगे। सब तो पहला 6वीं ਵੱਡੀ खबर, उस तो बाद 5वीं, चौथी, तीजी, दूजी ते दिन दी सब तो ਵੱਡੀ खबर जो पहली खबर होएगी। शुरुआत करन जा रहे हैं मूसेवाला कतल केस दे विच। इस समय एक एक्सक्लूसिव खुलासा न्यूज़ 18 पंजाब दे कोल जानकारी है और जानकारी है कि मूसेवाला कतल केस दे विच एक होर नाम सामने आ रहा है। ਇਹ ਸ਼ਖਸ ਜਿਸ ਦਾ ਨਾਮ ਸਾਹਮਣੇ ਆ ਰਿਹਾ ਉਹ ਕੁਝ ਹੀ ਪਲਾਂ 'ਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਏਗਾ। ਨਾਮ ਹੈ ਮਨਮੋਹਨ ਸਿੰਘ। ਮਨਮੋਹਨ ਸਿੰਘ ਨਾਮ ਦੇ ਸ਼ਖਸ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਇਹ ਵੀ ਇਸ ਪੂਰੇ ਕਤਲकांड ਦੀ ਸਾਜ਼ਿਸ਼ ਦੇ ਵਿੱਚ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਮਾਨਸਾ ਜੇਲ੍ਹ ਦੇ ਵਿੱਚ ਕਤਲ ਕੇਸ ਦੇ ਵਿੱਚ ਬੰਦ ਹੈ ਮਨਮੋਹਨ ਸਿੰਘ। ਚੋਣਾਂ ਦੌਰਾਨ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ ਮਨਮੋਹਨ ਸਿੰਘ ਦੇ ਵੱਲੋਂ। ਮਾਨਸਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਮਨਮੋਹਨ ਸਿੰਘ ਨੂੰ। ਪ੍ਰੋਡਕਸ਼ਨ ਵਾਰੰਟ ਦੇ ਉੱਤੇ ਮਾਨਸਾ ਪੁਲਿਸ ਲੈ ਕੇ ਆਈ ਹੈ ਤਾਂ ਲਗਾਤਾਰ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ तथ्य ਜਿਹੜੇ ਹੈਗੇ ਨੇ ਫਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੇਕੀ ਕਰਨ ਵਾਲਿਆਂ ਦੀ ਗਿਣਤੀ ਬਹੁਤ ਲੰਬੀ ਨਜ਼ਰ ਆਉਂਦੀ ਹੈ ਤਾਂ ਕਿ ਮਨਮੋਹਨ ਸਿੰਘ ਜਿਹੜੇ ਜਨਵਰੀ ਦੇ ਵਿੱਚ 2 ਗੁਰਗੇ ਗੋਲਡੀ ਬਰਾੜ ਦੇ ਪਹੁੰਚਦੇ ਨੇ ਮਾਨਸਾ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ, ਜਿਨ੍ਹਾਂ ਨੂੰ ਪਨਾਹ ਦਿੱਤੀ ਪ੍ਰਭਦੀਪ ਸਿੰਘ ਪੱਬੀ ਨੇ, ਤਾਂ ਕਿ ਉਹਨਾਂ ਦੇ ਵਿੱਚੋਂ 2 ਗੁਰਗੇ ਜਿਹੜੇ ਗੋਲਡੀ ਬਰਾੜ ਦੇ ਸੀ ਉਹਨਾਂ ਦੇ ਵਿੱਚੋਂ ਇੱਕ ਹੈ ਮਨਮੋਹਨ ਸਿੰਘ। ਕਿਉਂਕਿ ਰੇਕੀ ਕਰਨ ਵਾਲਿਆਂ ਦੇ ਵਿੱਚ ਕਈ ਨਾਮ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਉਹਨਾਂ ਦੇ ਵਿੱਚ ਇੱਕ ਨਾਮ ਹੈ ਕੇਕੜੇ ਦਾ। ਕੇਕੜਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਸਭ ਤੋਂ ਅਹਿਮ ਜਿਹੜਾ ਰੋਲ ਜਾਂ ਕਿਰਦਾਰ ਦੱਸਿਆ ਜਾ ਰਿਹਾ ਹੈ। ਪਰ ਦੂਜੇ ਪਾਸੇ ਮਨਮੋਹਨ ਸਿੰਘ ਨਾਮ ਦੇ ਸ਼ਖਸ ਦਾ ਨਾਮ ਸਾਹਮਣੇ ਆ ਰਿਹਾ ਹੈ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮਨਮੋਹਨ ਸਿੰਘ ਮਾਨਸਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਕਤਲ ਕੇਸ ਦੇ ਵਿੱਚ ਔਰ ਇਸ ਦੇ ਉੱਤੇ ਇਲਜ਼ਾਮ ਨੇ ਜੋ ਸਾਡੇ ਸੋਰਸਸ ਦੱਸ ਰਹੇ ਨੇ ਕਿ ਇਸਨੇ ਰੇਕੀ ਕੀਤੀ ਸਿੱਧੂ ਮੂਸੇਵਾਲਾ ਦੀ। ਉਸ ਦੇ ਕਤਲ ਤੋਂ ਪਹਿਲਾਂ ਜਿਹੜੀ ਪੂਰੀ ਪਲੈਨਿੰਗ ਕੀਤੀ ਜਾ ਰਹੀ ਸੀ, ਰੇਕੀ ਇਸ ਸ਼ਖਸ ਦੇ ਵੱਲੋਂ ਕੀਤੀ ਗਈ। ਸਿੱਧਾ ਰੁਕ ਕਰਦੇ ਮਨੋਜ ਰਾਠੀ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ। ਮਨੋਜ, ਕੀ ਕੁਝ ਜਾਣਕਾਰੀ? ਵੱਡਾ ਖੁਲਾਸਾ ਹੈ ਤਾਂ बिल्कुल बड़ा खुलासा नजर आ रहा है कि लगातार जी कई कड़ियां जुड़ रही है। उसी भी दसिया कि मनमोहन थोड़ा सा बैकग्राउंड दस मनमोहन सिंह का। ये मनमोहन सिंह गैंगस्टर नाल दसिया जा रहा है कि ये लिंक दसे जा रहे कि ट्रक यूनियन का प्रधान भी रहा है मानसा, क्योंकि ये लोकल सी मानसा दे सीगा। इस करके जेडे पुलिस सोर्स दस रहे हैं कि इन्हों जिम्मेवारी दी गई थी कि ये रैकी करके आए, यानी कि जनवरी फरवरी च रैकी हुई है, ਇਹਦੇ थ्रू हुई है जेडे पुलिस सोर्सेज दस रहे ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ। ਹਾਲਾਂਕਿ ਹਜੇ ਕਿਸੇ ਹੋਰ ਕੇਸ 'ਚ ਮਾਨਸਾ ਜੇਲ੍ਹ 'ਚ ਬੰਦ ਹੈ ਤੇ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਮਾਨਸਾ ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਮਨਮੋਹਨ ਨੇ ਰੈਕੀ ਕਿਹਦੇ ਕਹਿਣ ਤੇ ਕੀਤੀ ਹੈ। ਇਹ ਸਵਾਲ ਇਹਦੇ ਵਿੱਚ ਬਹੁਤ ਵੱਡੇ ਹੈ ਕਿ ਆਖਿਰ ਮਨਮੋਹਨ ਨੇ ਡੋਰੇਜ ਬਿਸ਼ਨੋਈ ਦੇ ਕਹਿਣ ਤੇ ਰੈਕੀ ਹੋਈ ਸੀ ਸਿੱਧੂ ਮੂਸੇਵਾਲੇ ਦੀ, ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਲੈਕਸ਼ਨ ਦੇ ਟਾਈਮ, ਉਸ ਟਾਈਮ ਇਲੈਕਸ਼ਨ ਦਾ ਦੌਰ ਸੀਗਾ, जनवरी फरवरी की ਅਸੀਂ ਗੱਲ ਕਰ ਰਹੇ ਹਾਂ ਜੀ ਜੀ। ਰੈਕੀ ਹੋਈ ਸੀ, ਇਹ ਪੁਲਿਸ ਵੀ ਮੰਨ ਰਹੀ ਹੈ। ਪ੍ਰਭਦੀਪ ਸਿੰਘ ਪੱਬੀ ਨੇ 2 ਬੰਦਿਆਂ ਨੂੰ ਸ਼ੈਲਟਰ ਦਿੱਤਾ ਸੀ, ਇਹ ਪੁਲਿਸ ਵੀ ਮੰਨ ਰਹੀ ਹੈ। ਲੇਕਿਨ ਉਸ ਤੋਂ ਇਲਾਵਾ ਇੱਕ ਹੋਰ ਰੈਕੀ ਹੋ ਰਹੀ ਸੀ ਜਿਹੜਾ ਲੋਕਲ ਬੰਦੇ ਨੂੰ ਦਿੱਤੀ ਸੀਗੀ ਇਸ ਜ਼ਿੰਮੇਵਾਰੀ, ਕਿਉਂਕਿ ਅੰਡਰਸਟੂਡ ਹੈ ਗੌਰਵ ਕਿ ਜਿਹੜਾ ਵੀ ਰੈਕੀ ਹੁੰਦੀ ਹੈ ਕਿਸੇ ਵੀ ਜ਼ਿਲ੍ਹੇ ਦੀ ਆ, ਉਸ ਦਾ ਲੋਕਲ ਬੰਦੇ ਦਾ ਜੇ ਇਨਵੋਲਵਮੈਂਟ ਹੋਏ ਤਾਂ ਬਹੁਤ ਆਸਾਨ ਹੋ ਜਾਂਦਾ ਹੈ ਰੈਕੀ ਕਰਨਾ। ਜਿੱਦਾਂ ਅਸੀਂ ਪਹਿਲਾਂ ਵੀ ਦੱਸਿਆ ਕਿ ਕੇਕੜਾ ਦਾ ਅਹਿਮ ਰੋਲ ਸੀਗਾ, ਹਾਲਾਂਕਿ ਕੇਕੜੇ ਦੇ ਰਿਲੇਟਿਵ ਉੱਥੇ ਪਿੰਡ ਦੇ ਨੇੜੇ ਤੇੜੇ ਰਹਿੰਦੇ ਸੀਗੇ, ਇਸ ਕਰਕੇ ਉਹਦੇ ਵਾਸਤੇ ਬੜਾ ਈਜ਼ੀ ਹੁੰਦਾ। ਕਿਉਂਕਿ ਜਿਹੜਾ ਤੁਸੀਂ ਦੇਖਿਆ ਕਿ ਜਿਹੜੇ ਵੀ ਸ਼ਾਰਪ ਸ਼ੂਟਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਹਾਈਵੇ ਤੋਂ ਨਹੀਂ ਗਏ, ਉਹਨਾਂ ਨੂੰ ਅੰਦਰ ਦੇ ਰੋਡ ਪਤਾ ਸੀਗੇ, ਜਿਹੜੇ ਖੇਤਾਂ ਤੋਂ ਜਾ ਰਹੇ ਆ, ਅੰਦਰ ਦੇ ਪਿੰਡ ਤੋਂ ਹਰਿਆਣਾ ਬਾਰਡਰ ਟੱਚ ਕਰ ਰਹੇ ਆ, ਰਾਜਸਥਾਨ ਬਾਰਡਰ ਟੱਚ ਕਰ ਰਹੇ ਆ, ਇਸ ਤਰ੍ਹਾਂ ਦੇ ਉਹਨਾਂ ਨੂੰ ਸਾਰੇ ਰਾਸਤੇ ਪਤਾ ਸੀਗਾ। ਇਹਦਾ ਮਤਲਬ ਇਹ ਹੈ ਕਿ ਜਿਹੜਾ ਕੋਈ ਲੋਕਲ ਬੰਦਾ ਹੋਏਗਾ ਤਾਂ ਉਹਦੇ ਕਹਿਣ ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਪਲੈਨਿੰਗ ਹੁੰਦੀ, ਲੋਕਲ ਬੰਦੇ ਦੀ ਇਨਵੋਲਵਮੈਂਟ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਹੈ ਤੇ ਉਹ ਲੋਕਲ ਬੰਦੇ ਦੀ ਇਨਵੋਲਵਮੈਂਟ ਇਸੇ ਕਰਕੇ ਇਹਦਾ ਜਿਹੜਾ ਨਾਂ ਆ ਰਿਹਾ ਇਹ ਲੋਕਲ ਸੀ ਮਨਮੋਹਨ ਸਿੰਘ। ਹਾਲਾਂਕਿ 8 ਮਾਮਲੇ ਜਿਹੜੇ ਦਰਜ ਨੇ, ਅਪਰਾਧਿਕ ਮਾਮਲੇ ਦਰਜ ਹੈ, ਲਿਸਟ ਲੰਬੀ ਹੈ और ਜਿਹੜਾ ਪਹਿਲਾ ਪ੍ਰਧਾਨ ਸੀਗਾ ਕੋਈ ਉਹਦਾ ਮਰਡਰ ਦਾ ਇਹਦੇ ਤੇ ਇਲਜ਼ਾਮ ਹੈ। ਠੀਕ ਹੈ ਮਨੋਜ, ਤਾਂ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਇਹ ਸ਼ਖਸ ਦੇ ਉੱਤੇ ਜੋ ਇਲਜ਼ਾਮ ਲੱਗ ਰਹੇ ਨੇ, ਕਿਉਂਕਿ ਲੋਕਲ ਸ਼ਖਸ ਹੈ ਔਰ ਕਿਤੇ ਨਾ ਕਿਤੇ ਤਾਂ ਬਹੁਤ ਵੱਡਾ ਰੋਲ ਵੀ ਮਨਮੋਹਨ ਸਿੰਘ ਦਾ ਸਾਹਮਣੇ ਆ ਸਕਦਾ ਹੈ, ਕਿਉਂਕਿ ਇੱਕ ਪਾਸੇ ਰੇਕੀ ਕਰਨਾ ਤੇ ਦੂਜੇ ਪਾਸੇ ਜਿਹੜਾ ਐਗਜ਼ਿਟ ਪਲਾਨ ਸੀ ਉਹ ਦੱਸਣਾ, ਉਹ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੇ ਲੋਕਲ ਉੱਥੇ ਦੇ ਲੋਕ ਨੇ ਮਾਨਸਾ ਜਾਂ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਣ ਵਾਲੇ ਨੇ, ਉਹਨਾਂ ਦੇ ਵੱਲੋਂ ਜ਼ਰੂਰ ਦੱਸਿਆ ਗਿਆ ਕਿ ਕਿੱਥੋਂ ਤੁਸੀਂ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਣਾ ਹੈ, ਕਿਹੜੇ ਰੂਟ ਤੋਂ ਭੱਜਿਆ ਜਾ ਸਕਦਾ ਹੈ, ਕਿਹੜੇ ਵਾਲੇ ਪਾਸੇ ਤੋਂ ਭੱਜਣਾ, ਕਿੱਥੋਂ ਹਰਿਆਣਾ ਨੂੰ ਨਿਕਲਿਆ ਜਾ ਸਕਦਾ ਹੈ, ਕਿੱਥੋਂ ਰਾਜਸਥਾਨ ਨੂੰ ਨਿਕਲਿਆ ਜਾ ਸਕਦਾ ਹੈ, ਕਿੱਥੋਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਇਆ ਜਾ ਸਕਦਾ ਹੈ। ਸ਼ੁਕਰੀਆ ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। तो लाजमी तौर पर बड़ी खबर है कि मनमोहन सिंह नाम के शख्स का नाम विच आ रहा है सिद्धू मूसेवाला कतलकांड दे विच और रेकी की गई। हालांकि साडे टॉप सोर्सेस जानकारी दे रहे हैं, पर इस सब दे विचाले गल लॉरेंस बिश्नोई भी
खबर दिन दी पंजवीं जी हाँ पंजवीं ब्रेकिंग ਤੁਹਾਨੂੰ ਦੱਸਣ ਜਾ ਰਹੇ ਹਾਂ। ਲਾਰੈਂਸ ਨੇ ਜਿਹੜੇ ਰਾਜ਼ ਖੋਲੇ ਨੇ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਸਕਰੀਨ ਦੇ ਉੱਤੇ ਲਾਰੈਂਸ ਰਾਜ਼ ਖੋਲਦਾ ਹੋਇਆ ਨਜ਼ਰ ਆ ਰਿਹਾ ਹੈ। ਲਾਰੈਂਸ ਬਿਸ਼ਨੋਈ ਜਿਸ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਮੂਸੇਵਾਲਾ ਕਤਲकांड ਦੇ ਵਿੱਚ ਲਾਰੈਂਸ ਨੇ ਕਈ ਰਾਜ਼ ਖੋਲੇ ਨੇ ਤੇ ਵੱਡੀ ਖਬਰ ਦਿੰਦੀ ਹੈ ਕਿ ਲਾਰੈਂਸ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਉਹ ਦੋ ਸ਼ੂਟਰਸ ਨੂੰ ਜਾਣਦਾ ਹੈ ਪਛਾਣਦਾ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ। ਜੇਲ੍ਹ ਤੋਂ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ। सिग्नल ऐप के जरिए गलबात हुंदी सी एक तरीके नाल वर्चुअल कॉल हुंदी है सिग्नल कॉल के जरिए जिहड़ी कॉल की जाती है। और लारेंस बिश्नोई क्योंकि 7 दिन की पुलिस रिमांड के उत्ते है इस समय पंजाब पुलिस के रिमांड के उत्ते है दिल्ली तो पुलिस लैके आई है 2 दिन पहला ते लारेंस बिश्नोई तो सवाल जवाब लगातार हो रहे हैं रोजाना हो रहे हैं दिन रात हो रहे हैं ते लारेंस बिश्नोई तो सवालों के जवाब लाए जा रहे हैं। और लारेंस ने हुण तक जो साडे टॉप सोर्सेज जानकारी दे रहे हैं कि लारेंस ने 2 अहम खुलासे किए ने जिहड़े बिल्कुल ताजे अपडेट तुहानूं दस रहे हैं। पहला कि 2 शूटर्स नूं जानदा है लारेंस बिश्नोई ने कहा कि 2 शूटर्स नूं जानदा है जिन्हां दे वल्लों सिद्धू मूसेवाला कतलकांड दे विच गोलियां चलाईयां गईयां सिद्धू दा कतल किया गया जिन्हां दे वल्लों तो उन्हां दे विचों 2 शूटर्स नूं जानदा है। उस तो बाद दूजी वड्डी खबर यह है कि लारेंस बिश्नोई यह भी जानकारी दे रहा है कि वह गोल्डी बराड़ के संपर्क दे विच सी लगातार संपर्क दे विच सी। गोल्डी बराड़ वही है जिसने मूसेवाला के कतल तो बाद कतल की जिम्मेवारी ली। और यह भी तुहानूं दस दिए कि गोल्डी बराड़ ते लारेंस बिश्नोई दे विचाले गलबात कोई सिंपल फोन नंबर तो नहीं हो रही सी एक तरीके नाल वर्चुअल कॉल की जाती है एक सिग्नल ऐप के जरिए। और अजकल यह गैंगस्टर वही ऐप का इस्तेमाल करते हैं जेकर किसी को धमकी देनी होंदी है तां भी उस ऐप का इस्तेमाल कर लिया जाता है। जेकर आपस दे विच इन्होंने कोई राबता कायम करना होंदा इन्होंने गैंगस्टरां ने तां फिर सिग्नल ऐप का इस्तेमाल इन्हां दे वल्लों कीता जांदा है। तां लारेंस ने बड़े खुलासे कीते ने मूसेवाला कतल केस दे नाल जुड़ी दिन दी वड्डी खबर है। अगे बढ़ते हैं दिन की एक होर वड्डी खबर का रुख करते हैं। चौथी वड्डी खबर जो आई अफगानिस्तान तो जिथे काबुल दे विच गुरु घर दे उत्ते हमला होया करताए परवान गुरु घर दे विच दहशतगर्द बढ़ गए और तड़के सारे पूरी घटना वापरी है। टीवी स्क्रीन दे उत्ते अफगान फौज उत्थे पहुंचती है ते उस तो बाद दहशतगर्दां नूं ढेर किया जाता है। काबुल गुरु घर दे विच हमला होया अतवादी हमले दे विच एक शख्स की मौत हो चुकी है तो दस दिए कि कुछ लोग जख्मी भी हुए ने और करताए परवान गुरु घर दे विच दहशतगर्द बढ़ गए। जो जानकारी मिल रही है कि उत्थे फायरिंग भी की गई और 2 धमाके भी किए गए ने। अतवादी हमले दे विच एक शख्स की उत्थे मौत हो गई ते क्रॉस फायरिंग दौरान गुरु घर दे विच अग भी लग गई। तुहानूं दस दिए कि भारत वालों गुरु घर दे विच होए हमले की सख्त निंदा की गई है। सियासतदानां तो लैके धार्मिक हस्तियां तक इस पूरे हमले की निंदा कर रहे हैं ते नाल ही केंद्र की सरकार नूं अपील की जा रही है कि तुसीं इस पूरे मामले दे विच दखल दवो ते विदेशां दे विच खास तौर ते अफगानिस्तान दे विच सिखां अते सिख भाईचारे दे गुरु धामां दी सुरक्षा नूं यकीनी बनाया जावे। ਤਾਂ ਕੀ ਕੁਝ ਕਹਿਣਾ ਹੈ ਇਸ ਪੂਰੇ ਮਾਮਲੇ ਦੇ ਉੱਤੇ ਬਿਆਨ ਵੀ ਸਾਹਮਣੇ ਆ ਰਹੇ ਨੇ। ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰਨਾ ਮਿਨੋਰਟੀ ਨੂੰ ਨਿਸ਼ਾਨਾ ਬਣਾਉਣਾ ਇਹ ਵਿਸ਼ਵ ਦੇ ਵਿੱਚ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਚਾਹੇ ਭਾਰਤ ਦੇ ਵਿੱਚ ਹੋਵੇ ਪਾਕਿਸਤਾਨ ਦੇ ਵਿੱਚ ਹੋਵੇ ਅਫਗਾਨਿਸਤਾਨ ਦੇ ਵਿੱਚ ਹੋਵੇ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਦੇ ਵਿੱਚ ਹੋਵੇ ਘਟਗੰਦੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ अपनी गंदी राजनीति लिए मैं समझदा बहुत ही ज़्यादा मंदभागी गल है। डॉक्टर जतिंदर सिंह जी जिहड़े MOS ने PMO दे विच उन्हां नूं भी मिल के आए और उन्हां दे भी संज्ञान दे विच लिआया कि ये जिहड़े बंदे जिहड़े लोग उत्थों आना चाहते हैं उन्हां नूं वापस लैके आना चाहिए सन लोगों नूं। बहुत मंदभागा मेरे को हुण फोटो आईयां गुरु साहब के सरूप का नहीं उत्थे जिहड़े उस रखे ते लै भी गए वो पर जो हाल अंदर गुरुद्वारा साहब का उन्हें गोलियां चला के किया मैं समझना बहुत एक बड़ा मैसेज सिखां दे विच बहुत बड़ा एक रोह है। जिदा एक लाभ जोधा बादल सिर दे बलूंदड़े गए सिर दे नहीं बलूंदड़े गए सारा कुछ ही बलूंदड़िया गया। भारत सरकार है उन्होंने अपील की जाती है पंजाब सरकार को अपील की जाती है कि विदेशों में वसते हुए सिखां की गुर अस्थानां दी और उन्होंने जान माल की राखी करने की जिम्मेवारी बनती है। सरकारों के नाल पहुँच करके गुरुद्वारे साहिबाना की सुरक्षा सिखां की सुरक्षा और सिखां के कारोबार की सुरक्षा नूं ये सरकारां यकीनी बनाउण।
ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ। ਦਿਨ ਦੀ ਚੌਥੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ। ਅਗਨੀਪਥ ਯੋਜਨਾ ਦੇ ਨਾਲ ਜੁੜੀ ਹੋਈ ਹੈ। ਅਗਨੀਪਥ ਯੋਜਨਾ ਦਾ ਵਿਰੋਧ ਪੂਰੇ ਦੇਸ਼ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਲਗਾਤਾਰ ਜਾਰੀ ਹੈ ਔਰ ਵਿਰੋਧ ਦੀ ਅੱਗ ਪੰਜਾਬ ਵੀ ਪਹੁੰਚ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਕੇਂਦਰ ਤੋਂ ਮੰਗ ਕੀਤੀ ਹੈ ਇਸ ਵਿਚਾਲੇ, ਕਿਉਂਕਿ ਸਿਆਸਤ ਵੀ ਹੋ ਰਹੀ ਹੈ, ਭਰਤੀ ਦੀ ਪੁਰਾਣੀ ਪ੍ਰਕਿਰਿਆ ਨੂੰ ਹੀ ਜਿਹੜਾ ਉਹ ਜਾਰੀ ਰੱਖਿਆ ਜਾਵੇ। ਰਾਘਵ ਚੱਡਾ ਨੇ ਰਾਜਨਾਥ ਸਿੰਘ ਨੂੰ ਇਹ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਕਿਹਾ ਕਿ ਫੌਰਨ ਵਾਪਸ ਲਈ ਜਾਵੇ ਅਗਨੀਪਥ ਸਕੀਮ। ਇਹ ਰਾਘਵ ਚੱਡਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਨੇ ਬਿਨਾਂ ਤਿਆਰੀ ਤੋਂ ਇਹ ਸਕੀਮ ਲਿਆਂਦੀ ਹੈ। ਤੀਜੀ ਦਿਨ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ। ਆਮ ਆਦਮੀ ਪਾਰਟੀ ਕੇਂਦਰ ਤੋਂ ਮੰਗ ਕਰ ਰਹੀ ਹੈ। ਰਾਜ ਸਭਾ ਮੈਂਬਰ ਨੇ ਰਾਘਵ ਚੱਡਾ, ਮੁੱਖ ਮੰਤਰੀ ਮਾਨ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ, ਮੰਗ ਕੀਤੀ ਹੈ ਕਿ ਭਰਤੀ ਦੀ ਪੁਰਾਣੀ ਪ੍ਰਕਿਰਿਆ ਨੂੰ ਹੀ ਬਹਾਲ ਰੱਖਿਆ ਜਾਵੇ। ਰਾਘਵ ਚੱਡਾ ਨੇ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਫੌਰਨ ਅਗਨੀਪਥ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਸਰਕਾਰ ਨੇ ਬਿਨਾਂ ਤਿਆਰੀ ਤੋਂ ਇਹ ਨਵੀਂ ਯੋਜਨਾ ਲਿਆਂਦੀ ਹੈ। यूथ जाना चाहता है देश की सेवा में, लेकिन आप उस पर भी पाबंदी लगा रहे हो। 17 साल के आ जाओ, ट्रेनिंग देंगे, 21 साल के भूतपूर्व सैनिक बन जाओ। 4 साल कोई पेंशन नहीं, उसके बाद कुछ नहीं। क्या करेंगे उसके बाद वो? मतलब नेता लोग जो हैं वो 80-80, 90-90 साल की उम्र तक इलेक्शन लड़ रहे हैं और हमारा यूथ जो है उनको आप कह रहे हो जी 17 के आओ, 21 के भूतपूर्व बन जाओ। क्या फौज भी किराए पे रखी जाएगी? अब ऐसा नहीं चलना चाहिए। देखो, मैं पंजाब में भी आज आक्रोश हुआ है। मैं उन नौजवानों से मैं आग्रह करता हूँ, मैं भी प्रधानमंत्री को चिट्ठी लिखूंगा और मैं, हाँ, उनका डेमोक्रेटिक राइट है, संवैधानिक उनका हक बनता है, वो प्रदर्शन करें, लेकिन तोड़ फोड़ या संपत्ति पंजाब की जो है वो उन्हीं की संपत्ति है, लोगों की संपत्ति है, उसको कोई नुकसान ना पहुंचाएं। लेकिन पंजाब सरकार उनके साथ खड़ी है। ਤਾਂ ਪ੍ਰਦਰਸ਼ਨ ਪੰਜਾਬ ਦੇ ਵਿੱਚ ਵੀ ਹੋ ਰਹੇ ਨੇ। ਦੂਜੀ ਵੱਡੀ ਖਬਰ ਦਿਨ ਦੀ ਤੁਹਾਨੂੰ ਦੱਸਣ ਜਾ ਰਹੇ ਹਾਂ। ਅਗਨੀਪਥ ਯੋਜਨਾ ਦੇ ਨਾਲ ਜੁੜੀ ਹੋਈ ਹੈ, ਪਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਗਲੀ ਵੱਡੀ ਖਬਰ ਜਿਹੜੀ ਦਿਨ ਦੀ ਸਭ ਤੋਂ ਵੱਡੀ ਖਬਰ ਹੈ। ਤਸਵੀਰਾਂ ਦੇ ਨਾਲ ਖਬਰ ਹੈ ਲੁਧਿਆਣਾ ਤੋਂ, ਪਰ ਉਸ ਤੋਂ ਪਹਿਲਾਂ ਦੂਜੀ ਵੱਡੀ ਖਬਰ ਅੱਜ ਦੇ ਦਿਨ ਦੀ, ਔਰ ਉਹ ਵੱਡੀ ਖਬਰ ਹੈ ਜੋ ਜੁੜੀ ਹੋਈ ਹੈ ਅਗਨੀਪਥ ਯੋਜਨਾ ਦੇ ਨਾਲ, ਜਿਸ ਦੇ ਖਿਲਾਫ ਪ੍ਰਦਰਸ਼ਨ ਹੋਣੇ। ਜਲੰਧਰ ਦੇ ਵਿੱਚ ਸੜਕਾਂ ਦੇ ਉਤਰੇ ਨੇ ਪ੍ਰਦਰਸ਼ਨਕਾਰੀ। ਇਸ ਯੋਜਨਾ ਦੇ ਵਿਰੋਧ ਦੇ ਵਿੱਚ ਹਾਈਵੇ ਜਾਮ ਕਰ ਦਿੱਤਾ ਹੈ, ਲੰਬਾ ਜਾਮ ਲੱਗ ਗਿਆ, ਜਿਸ ਦੀ ਵਜ੍ਹਾ ਨਾਲ ਜਿਹੜੇ ਰਾਹਗੀਰ ਨੇ ਉਹ ਵੀ ਪਰੇਸ਼ਾਨ ਹੋਏ। ਪੁਲਿਸ ਨੇ ਬਹੁਤ ਮੁਸ਼ਕਲ ਦੇ ਨਾਲ ਜਿਹੜਾ ਜਾਮ ਉਹ ਖੁਲਵਾਇਆ। ਤਾਂ ਵੱਡੀ ਖਬਰ ਹੈ ਕਿਉਂਕਿ ਅਗਨੀਪਥ ਯੋਜਨਾ ਨੂੰ ਲੈ ਕੇ ਖਾਸ ਤੌਰ ਤੇ ਬਿਹਾਰ ਦੇ ਵਿੱਚ ਔਰ ਜਿਹੜੇ ਹੋਰ ਸੂਬੇ ਨੇ ਉੱਥੇ ਪ੍ਰਦਰਸ਼ਨ ਹੋ ਰਹੇ ਸੀ। ਬਿਹਾਰ ਦੇ ਵਿੱਚ, ਹਰਿਆਣਾ 'ਚ ਬਹੁਤ ਪ੍ਰਦਰਸ਼ਨ ਹੋਏ ਨੇ ਤੇ ਇਸ ਵਿਚਾਲੇ ਹੁਣ ਪ੍ਰਦਰਸ਼ਨ ਦਾ ਸੇਕ ਪੰਜਾਬ ਵੀ ਮਹਿਸੂਸ ਕਰ ਰਿਹਾ ਹੈ। ਜਲੰਧਰ ਦੇ ਵਿੱਚ ਸੜਕਾਂ ਦੇ ਉੱਤੇ ਪ੍ਰਦਰਸ਼ਨਕਾਰੀ ਉਤਰ ਆਏ, ਹਾਈਵੇ ਜਾਮ ਕਰ ਦਿੱਤਾ, ਜਾਮ ਲੱਗ ਗਿਆ। ਪੁਲਿਸ ਨੇ ਫਿਰ ਬਹੁਤ ਮੁਸ਼ਕਲ ਦੇ ਨਾਲ ਇਸ ਜਾਮ ਨੂੰ ਖੁਲਵਾਇਆ। ਪੁਲਿਸ ਨੇ ਸਖਤੀ ਨਾਲ ਪ੍ਰਦਰਸ਼ਨਕਾਰੀ ਉੱਥੋਂ ਖਦੇੜ ਦਿੱਤੇ। ਲੁਧਿਆਣਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਜਾਮ ਲੱਗ ਗਿਆ ਸੀ, ਜੋ ਨੈਸ਼ਨਲ ਹਾਈਵੇ ਦੇ ਉੱਤੇ ਇਹ ਜਾਮ ਲਗਾਇਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਹੀ ਪੁਲਿਸ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਸੀ। ਪੁਲਿਸ ਉੱਥੇ ਮੌਜੂਦ ਸੀ ਪੂਰੀ ਤਿਆਰੀ ਦੇ ਨਾਲ। ਫਿਰ ਉਸ ਤੋਂ ਬਾਅਦ ਪੁਲਿਸ ਨੇ ਸਖਤੀ ਵੀ ਕੀਤੀ ਤੇ ਫਿਰ ਜਾਮ ਖੁਲਵਾ ਦਿੱਤਾ ਗਿਆ। ਮਾਰਕੁੱਟ ਵੀ ਕੀਤੀ ਗਈ ਹੈ, ਜ਼ਬਰਦਸਤੀ ਸਾਨੂੰ ਕਹਿੰਦੇ ਯਾਰ ਮਾਰਕੁੱਟ ਵੀ ਕੀਤੀ ਗਈ ਹੈ, ਮਾਰਕੁੱਟ ਵੀ ਕੀਤੀ ਗਈ ਹੈ। ਪੱਗਾਂ ਲਾਉਣ ਦੇ ਮੁੰਡੇ ਦੀਆਂ ਪੱਗਾਂ ਧੱਕੇ ਨਾਲ ਮਾਰਿਆ, ਧੱਕਿਆ ਨਹੀਂ ਸਾਈਂ ਨਾਲ। ਕੀ ਕਿਹਾ ਗਿਆ ਤੁਹਾਨੂੰ? ਕੀ ਕਿਹਾ ਗਿਆ ਤੁਹਾਨੂੰ? ਕੀ ਕਿਹਾ ਗਿਆ? ਤੁਹਾਨੂੰ ਕੀ ਕਿਹਾ ਗਿਆ? ਧੱਕੇ ਨਾਲ ਮਾਰਿਆ। ਇਹਨਾਂ ਦੀ ਆਰਮੀ ਦੇ ਭਰਤੀ ਦੇ ਸੰਬੰਧ 'ਚ ਧਰਨਾ ਦਿੱਤਾ ਸੀਗਾ। ਉਸ ਸੰਬੰਧ ਸਾਡੇ ਐਸਡੀਐਮ ਸਾਹਿਬ ਨੇ ਆ ਕੇ ਇਹਨਾਂ ਦਾ ਮੰਗ ਪੱਤਰ ਲੈ ਲਿਆ ਔਰ ਜਿਹੜੇ ਹਲਕੇ ਦੇ ਵਿਧਾਇਕ ਵੀ ਉੱਥੇ ਆਏ ਸੀਗੇ ਔਰ ਤਕਰੀਬਨ ਜਿਹੜੇ ਹੈਗੇ ਆ ਸਾਰੇ ਹੀ ਜਿਹੜੇ ਕੈਂਡੀਡੇਟ ਸੀ ਮੰਨ ਗਏ ਸੀ। ਕੁਝ ਜਿਹੜੇ ਸੀਗੇ ਕੈਂਡੀਡੇਟ ਉਹ ਜਾਣਬੁੱਝ ਕੇ ਜਿਹੜਾ ਹੈਗਾ ਟ੍ਰੈਫਿਕ ਬਲੌਕ ਕਰਕੇ ਬੈਠੇ ਸੀਗੇ। ਉਹਨਾਂ ਨੂੰ ਅਸੀਂ ਜਿਹੜਾ ਹੈਗਾ ਫੋਰ ਦਾ ਟਾਈਮ ਬਿੰਗ ਜਿਹੜਾ ਡਿਟੇਨ ਕੀਤਾ ਸੀ, ਜਿਹੜੇ ਅਸੀਂ ਉਹਨਾਂ ਨੂੰ ਰਿਲੀਜ਼ ਕਰ ਦਿੱਤਾ। ਬਾਕੀ ਜਿਹੜੇ ਹੁਣ ਸਟੂਡੈਂਟ ਸਾਰੇ ਘਰੋਂ ਘਰੀ ਚਲੇ ਗਏ ਔਰ ਜਿਹੜਾ ਪੂਰਾ ਜਿਹੜਾ ਟ੍ਰੈਫਿਕ ਆ ਉਹਦਾ ਨਿਰਵਿਘਨ ਜਿਹੜਾ ਚੱਲ ਰਿਹਾ। ਸਰ, ਸਵੇਰ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਉਹ 'ਚ ਪੰਜ ਚਾਰ ਜਣੇ ਸੀਗੇ ਜਿਹੜੇ ਸੀਗੇ ਉਹ ਫੋਰ ਦਾ ਟਾਈਮ ਬਿੰਗ ਡਿਟੇਨ ਕੀਤੇ ਸੀਗੇ, ਉਹਨਾਂ ਨੂੰ ਜਿਹੜਾ ਰਿਲੀਜ਼। ਤਾਂ ਅਗਨੀਪਥ ਯੋਜਨਾ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ। ਸਭ ਤੋਂ ਵੱਡੀ ਖਬਰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ। ਬ੍ਰੇਕਿੰਗ ਨੰਬਰ 1 ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਔਰ ਬ੍ਰੇਕਿੰਗ ਨੰਬਰ 1 ਇਹ ਹੈ ਕਿ ਲੁਧਿਆਣਾ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਤੋੜ ਭੰਨ ਕੀਤੀ ਗਈ। ਅਗਨੀਪਥ ਯੋਜਨਾ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਤੇ ਲੁਧਿਆਣਾ ਦੇ ਵਿੱਚ ਸਟੇਸ਼ਨ ਦੇ ਉੱਤੇ ਭੰਨ ਤੋੜ ਵੀ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੀ ਭੀੜ ਉੱਥੇ ਪਹੁੰਚੀ ਹੋਈ ਸੀ, ਮੂੰਹ ਬੰਨ ਕੇ ਪਹੁੰਚੇ ਹੋਏ ਸਨ। ਕੁਝ ਹੀ ਪਲਾਂ 'ਚ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਣਗੀਆਂ। ਲੁਧਿਆਣਾ ਦੇ ਵਿੱਚ ਭੰਨ ਤੋੜ ਨੂੰ ਪੁਲਿਸ ਨੇ ਸਾਜ਼ਿਸ਼ ਕਰਾਰ ਦਿੱਤਾ ਹੈ। ਜੁਆਇੰਟ ਪੁਲਿਸ ਕਮਿਸ਼ਨਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ। ਰਾਮਚਰਨ ਸਿੰਘ ਬਰਾੜ ਦਾ ਇਹ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸਟੇਸ਼ਨ ਦੇ ਉੱਤੇ ਹੰਗਾਮਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ।
10 ਤੋਂ 15 ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਇਸ ਪੂਰੇ ਮਾਮਲੇ 'ਚ ਲਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਚਿਹਰੇ ਲੁਕਾਏ ਹੋਏ ਸਨ, ਯਾਨੀ ਕਿ ਨਕਾਬਪੋਸ਼ ਬਣ ਕੇ ਮੂੰਹ ਦੇ ਉੱਤੇ ਕੋਈ ਕੱਪੜਾ ਬੰਨ ਕੇ ਜਾਂ ਰੁਮਾਲ ਬੰਨ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਉਸ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਇਹ ਨੌਜਵਾਨ ਪਹੁੰਚੇ ਹੋਏ ਸੀ, ਪਰ ਤਕਰੀਬਨ ਨਜ਼ਰ ਆ ਰਿਹਾ ਕਿ ਸਭ ਨੇ ਆਪਣੇ ਮੂੰਹ ਢਕੇ ਹੋਏ ਨੇ, ਮੂੰਹ ਦੇ ਉੱਤੇ ਰੁਮਾਲ ਜਾਂ ਫਿਰ ਪਰਨੇ ਬੰਨੇ ਹੋਏ ਨੇ ਤੇ ਕੁਝ ਦੇ ਵੱਲੋਂ ਤਾਂ ਜਿਹੜੀਆਂ ਤਖਤੀਆਂ ਹੱਥਾਂ ਦੇ ਵਿੱਚ ਲਈਆਂ ਗਈਆਂ ਨੇ ਉਸ ਦੇ ਨਾਲ ਵੀ ਆਪਣੇ ਮੂੰਹ ਨੂੰ ਲੁਕੋਇਆ ਜਾ ਰਿਹਾ ਹੈ ਤੇ ਉੱਥੇ ਤੋੜਪੰਨ ਕੀਤੀ ਗਈ ਹੈ। ਤੋੜਪੰਨ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਹਾਲਾਂਕਿ ਪੁਲਿਸ ਇਸ ਨੂੰ ਸਾਜ਼ਿਸ਼ ਦੱਸ ਰਹੀ ਹੈ। ਇਹ ਲੁਧਿਆਣਾ ਦੀਆਂ ਤਸਵੀਰਾਂ ਨੇ, ਕਿਉਂਕਿ ਹੁਣ ਤੱਕ ਅਜਿਹੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਉਹ ਬਿਹਾਰ ਤੋਂ ਬਾਅਦ ਖਾਸ ਤੌਰ ਤੇ ਹਰਿਆਣਾ ਤੋਂ ਤੇ ਕੁਝ ਰਾਜਸਥਾਨ ਤੋਂ ਇਸ ਤਰੀਕੇ ਦੀਆਂ ਤਸਵੀਰਾਂ, ਹਿਮਾਚਲ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ, ਉੱਥੋਂ ਤਸਵੀਰਾਂ ਸਾਹਮਣੇ ਆਈਆਂ। ਪਰ ਇਹ ਜਿਹੜੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ ਅਗਨੀਪਥ ਯੋਜਨਾ ਦਾ। ਅਗਨੀਪਥ ਯੋਜਨਾ ਹੈ ਕਿ ਇਹ ਵੀ ਤੁਹਾਨੂੰ ਦੱਸ ਦਈਏ, ਦਰਅਸਲ ਕੇਂਦਰ ਦੀ ਸਰਕਾਰ ਨੇ ਫੌਜ ਦੇ ਵੱਲੋਂ ਇੱਕ ਨਵੀਂ ਸਕੀਮ ਲਿਆਂਦੀ ਗਈ ਹੈ ਜਿਸ ਦੇ ਵਿੱਚ 17 ਤੋਂ 21 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਫੌਜ ਦੇ ਵਿੱਚ ਭਰਤੀ ਹੋ ਸਕਣਗੇ 4 ਸਾਲ ਦੇ ਲਈ ਅਤੇ 46000 ਭਰਤੀਆਂ ਹਰ ਸਾਲ ਕੱਢੀਆਂ ਜਾਣਗੀਆਂ। 4 ਸਾਲ ਦੇ ਲਈ ਉਹਨਾਂ ਨੂੰ ਭਰਤੀ ਕੀਤਾ ਜਾਏਗਾ ਔਰ ਉਹਨਾਂ ਦੇ ਵਿੱਚੋਂ 25% 46000 ਦੇ ਵਿੱਚੋਂ 25% ਨੂੰ ਅੱਗੇ ਨੌਕਰੀ ਦੇ ਉੱਤੇ ਪੱਕਾ ਕਰ ਦਿੱਤਾ ਜਾਏਗਾ, ਜਦਕਿ ਬਾਕੀ 4 ਸਾਲ ਤੋਂ ਬਾਅਦ ਰਿਟਾਇਰ ਹੋ ਜਾਣਗੇ। ਉਹਨਾਂ ਨੂੰ ਕੋਈ ਪੈਨਸ਼ਨ ਤਾਂ ਨਹੀਂ ਮਿਲੇਗੀ ਪਰ 4 ਸਾਲ ਤੱਕ ਸੈਲਰੀ ਮਿਲੇਗੀ ਤੇ ਜੋ ਉਹਨਾਂ ਦਾ ਇੱਕ ਤਰੀਕੇ ਨਾਲ ਰਕਮ ਜਮ੍ਹਾਂ ਹੋਣੀ ਹੋਏਗੀ ਤਾਂ ਉਹਨਾਂ ਦੇ 4 ਸਾਲ ਦੇ ਰਿਟਾਇਰਮੈਂਟ ਦੇ ਉੱਤੇ ਉਹ ਵੀ ਉਹਨਾਂ ਦੇ ਹੱਥ ਦੇ ਵਿੱਚ ਹੋਏਗੀ। ਇਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਤੇ ਰੈਗੂਲਰ ਭਰਤੀ ਨੂੰ ਹੀ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਦਾ ਤਰਕ ਇਹ ਹੈ ਕਿ ਰੈਗੂਲਰ ਭਰਤੀ ਤੇ ਜਿਹੜੀ ਇਹ ਅਗਨੀਪਥ ਸਕੀਮ ਹੈ ਇਸ ਨੂੰ ਦੋਵਾਂ ਨੂੰ ਆਪਸ ਦੇ ਵਿੱਚ ਨਾ ਜੋੜਿਆ ਜਾਵੇ, ਰੈਗੂਲਰ ਭਰਤੀ ਜਾਰੀ ਰਹੇਗੀ। ਤਾਂ ਖਬਰ ਲੁਧਿਆਣਾ ਤੋਂ ਹੈ ਵਿਰੋਧ ਦੀ, ਜਿੱਥੇ ਪ੍ਰਦਰਸ਼ਨ ਹੋਇਆ ਹੈ। ਨਕਾਬਪੋਸ਼ ਬਹੁਤ ਸਾਰੇ ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਜਿਹੜੇ ਹੁੜਦੰਗ ਕਰਦੇ ਹੋਏ ਨਜ਼ਰ ਆਏ ਲੁਧਿਆਣਾ ਦੇ ਉੱਤੇ, ਲੁਧਿਆਣਾ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ 10 ਤੋਂ 15 ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਹੈ। ਪੁਲਿਸ ਕਹਿ ਰਹੀ ਹੈ, ਲੁਧਿਆਣਾ ਪੁਲਿਸ ਕਹਿ ਰਹੀ ਹੈ ਕਿ ਇਹ ਪੂਰਾ ਮਾਮਲਾ ਜੋ ਨਜ਼ਰ ਆਉਂਦਾ ਹੈ ਇਹ ਸਾਜ਼ਿਸ਼ ਦਾ ਨਜ਼ਰ ਆ ਰਿਹਾ ਹੈ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ। ਇਹਦੇ ਵਿੱਚ ਬਿਲਕੁਲ ਵੀ ਇਸ ਗੱਲ ਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ ਕਿ ਇਹ ਬੱਚੇ ਜਿਹੜੇ ਨੇ ਇਹ ਐਕਚੁਅਲੀ ਬੁਲਾਏ ਗਏ ਨੇ ਕਿਸੇ ਹੋਰ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਇਹਨਾਂ ਨੂੰ ਮਿਸਯੂਜ਼ ਕਰਾਤਾ ਕਿਸੇ ਹੋਰ ਤਰੀਕੇ ਦੇ ਨਾਲ। ਸੋ ਇੱਕ ਮਿੰਟ ਮੇਰੀ ਬੇਨਤੀ ਸੁਣੋ, ਇੱਕ ਮਿੰਟ ਮੈਨੂੰ ਪਹਿਲਾਂ ਮੇਰੀ ਗੱਲ ਸੁਣ ਲਓ। ਇਹਨਾਂ ਦੇ WhatsApp ਗਰੁੱਪਸ ਬਣੇ ਹੋਏ ਨੇ, ਉਹਦੇ ਵਿੱਚ ਇਹਨਾਂ ਨੂੰ ਕੋਈ ਬੰਦਾ ਇੰਸਟੀਗੇਟ ਕਰਦਾ ਹੈ ਕਿ ਤੁਸੀਂ ਉੱਥੇ ਆ ਜਾਓ, ਕੋਈ ਬੰਦਾ ਬੁਲਾਉਂਦਾ ਕਿ ਆਪਾਂ ਉੱਥੇ ਜਾ ਕੇ ਗੱਲ ਕਰਾਂਗੇ। ਇਹ ਕੁਝ ਬੱਚੇ ਐਸੇ ਹੈਗੇ ਨੇ ਜਿਹੜੇ ਕਿ ਇੱਥੇ ਆਉਂਦੇ ਨੇ ਕੁਝ ਹੋਰ ਸੋਚ ਕੇ ਪਰ ਇੱਥੇ ਮਿਸਯੂਜ਼ ਹੋ ਜਾਂਦੇ ਨੇ। ਇਹ ਵੀ ਇੱਕ ਐਂਗਲ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੇ ਬੰਦਿਆਂ ਨੇ ਕੁਝ ਕੀਤਾ, ਸਾਡੇ ਕੋਲ ਵੀਡੀਓਜ਼ ਹੈਗੀਆਂ ਨੇ ਉਹਨਾਂ ਦੀਆਂ ਔਰ ਉਹਨਾਂ ਦੀ ਅਸੀਂ ਸ਼ਨਾਖਤ ਕਰ ਰਹੇ ਹਾਂ, ਉਹਨਾਂ ਨੂੰ ਟਰੈਕ ਕਰ ਰਹੇ ਹਾਂ ਔਰ ਡੈਫੀਨੇਟਲੀ ਉਹਨਾਂ ਨੂੰ ਅਸੀਂ ਫੜਾਂਗੇ ਵੀ। ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਸਿਰਫ ਇੰਨਾ ਹੀ ਹੈ ਕਿ ਕੁਝ ਬੰਦੇ ਹੈਗੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਕਾਲ ਦਿੱਤੀ ਸੀਗੀ, ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਇਹਦੇ ਵਿੱਚ ਅਮੂਮਨ ਸਾਰੇ ਬੰਦਿਆਂ ਦੇ ਫੇਸ ਕਵਰਡ ਨੇ ਔਰ ਜਿਹੜੇ ਫੇਸ ਕਵਰਡ ਨੇ ਉਹ ਤੋਂ ਇਹ ਇਦਾਂ ਦਾ ਜਾਪਦਾ ਹੈਗਾ ਕਿ ਜਿਵੇਂ ਇਹ ਪਲਾਨਡ ਕਰਕੇ ਸੀਗੇ। ਤਾਂ ਜ਼ਬਰਦਸਤ ਵਿਰੋਧ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਇਸ ਸਕੀਮ ਦੇ ਤਹਿਤ ਜੋ ਵੀ ਵਿਰੋਧ ਪ੍ਰਦਰਸ਼ਨ ਇਸ ਸਮੇਂ ਹੋ ਰਹੇ ਨੇ। ਪਰ ਲੁਧਿਆਣਾ ਦੇ ਵਿੱਚ ਕਿ ਇਸ ਸਕੀਮ ਦਾ ਵਿਰੋਧ ਸੀ ਜਾਂ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਜਿਸ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹੋ ਰਹੀ ਸੀ, ਕਿਉਂਕਿ ਨਕਾਬਪੋਸ਼ ਸਾਰੇ ਤੇ ਉਸ ਤੋਂ ਬਾਅਦ ਪੁਲਿਸ ਨੇ 10 ਤੋਂ 15 ਨੌਜਵਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਹੈ। ਉਧਰ ਹਰਿਆਣਾ ਦੇ ਵਿੱਚ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਨੇ। ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਤੇ ਪੰਜਾਬ ਦੀਆਂ, ਲੁਧਿਆਣਾ, ਜਲੰਧਰ ਔਰ ਇਹ ਭਖਦਾ ਅਗਨੀਪਥ ਇਸ ਸਮੇਂ ਨਜ਼ਰ ਆ ਰਿਹਾ ਹੈ। ਤੇ ਦੂਜੇ ਪਾਸੇ ਮਹਿੰਦਰਗੜ੍ਹ ਅਤੇ ਗੋਹਾਣਾ ਦੀਆਂ ਵੀ ਤਸਵੀਰਾਂ ਨੇ ਜਿੱਥੇ ਜ਼ਬਰਦਸਤ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਨਾ ਸਿਰਫ ਪੰਜਾਬ ਦੇ ਵਿੱਚ, ਹਰਿਆਣਾ 'ਚ, ਬਲਕਿ ਖਾਸ ਤੌਰ ਤੇ ਬਿਹਾਰ ਤੋਂ ਇਹ ਪੂਰੇ ਵਿਰੋਧ ਦੀ ਚਿੰਗਾਰੀ ਨਿਕਲੀ ਹੈ। ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਬਰਦਸਤ ਵਿਰੋਧ ਹੋ ਰਿਹਾ, ਜੋ ਟ੍ਰੇਨਾਂ ਨੂੰ ਅੱਗ ਲਗਾਈ ਗਈ ਉਸ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਤਸਵੀਰਾਂ ਨੇ ਬਿਹਾਰ ਤੋਂ ਸਾਹਮਣੇ ਆਈਆਂ ਨੇ। ਬਿਹਾਰ, ਰਾਜਸਥਾਨ, ਹਰਿਆਣਾ, ਹਿਮਾਚਲ, ਪੰਜਾਬ, ਉੱਤਰ ਭਾਰਤ ਦੇ ਵਿੱਚ ਇਹਦਾ ਜ਼ਬਰਦਸਤ ਵਿਰੋਧ ਔਰ ਤਸਵੀਰਾਂ ਨਜ਼ਰ ਆ ਰਹੀਆਂ ਨੇ। ਲੁਧਿਆਣਾ, ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਗੋਹਾਣਾ, ਮਹਿੰਦਰਗੜ੍ਹ ਦੀਆਂ ਔਰ ਅਗਨੀਪਥ ਯੋਜਨਾ ਦਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਅਗਨੀਪਥ ਯੋਜਨਾ ਨੂੰ ਲੈ ਕੇ ਵੱਖ-ਵੱਖਰੀ ਰਾਏ ਹੈ ਤੇ ਸਭ ਦੇ ਵਿਚਾਲੇ ਸਰਕਾਰ ਦੇ ਵੱਲੋਂ ਜਾਂ ਕੀ ਹੈ ਕਿ ਬੀਜੇਪੀ ਦੇ ਨੁਮਾਇੰਦਿਆਂ ਦੇ ਵੱਲੋਂ ਇਸ ਨੂੰ ਡਿਫੈਂਡ ਕੀਤਾ ਜਾ ਰਿਹਾ ਹੈ। ਪਰ ਕੀ ਇਸ ਦੇ ਉੱਤੇ ਮੁੜ ਤੋਂ ਵਿਚਾਰ ਕੀਤਾ ਜਾਏਗਾ ਜਾਂ ਫਿਰ ਨੌਜਵਾਨਾਂ ਨੂੰ ਸਮਝਾਉਣ ਦੇ ਵਿੱਚ ਬੀਜੇਪੀ ਕਾਮਯਾਬ ਰਹੇਗੀ? ਇੱਕ ਵੱਡਾ ਸਵਾਲ ਹੈ। ਅਸੀਂ ਬਹੁਤ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਜਲਦੀ ਵਾਪਸ ਆਵਾਂਗੇ।